ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅੱਜ ਫੇਰ ਮੈਂ ਤੁਹਾਡੇ ਆਪਣੇ ਚੈਨਲ ਪਾਵਰ ਆਫ ਗੁਰਬਾਣੀ ਦੇ ਉੱਪਰ ਇੱਕ ਨਵੀਂ ਗਾਥਾ ਤੇ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੋਇਆ। ਸੋ ਸੰਗਤ ਜੀ, ਆਪਣਾ ਅੱਜ ਦਾ ਵਿਸ਼ਾ ਹੈ, ਅੱਜ ਦੀ ਗਾਥਾ ਦਾ ਨਾਮ ਹੈ ਗੁਰੂ ਸ਼ਬਦ ਦੀ ਕਰਾਮਾਤ ਨਾਲ ਉਹਨਾਂ ਦਾ ਕਰਜ਼ਾ ਉਤਰ ਗਿਆ ਅਤੇ ਉਹ ਸੁਖੀ ਹੋ ਗਏ। ਸੰਗਤ ਜੀ, ਵੈਸੇ ਤਾਂ ਆਪਣੀਆਂ ਸਾਰੀਆਂ ਵੀਡੀਓਜ਼ ਦੇ ਵਿੱਚ ਸ਼ਬਦ ਗੁਰੂ ਦੀ ਕਰਾਮਾਤ ਹੀ ਵਰਤਦੀ ਹੈ, ਪਰ ਇਸ ਵੀਡੀਓ ਵਿੱਚ ਆਪਾਂ ਸ਼ਬਦ ਗੁਰੂ ਦੀ ਖਾਸ ਕਰਕੇ ਵਰਤੋਂ ਕੀਤੀ ਹੈ, ਕਿਉਂਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਨੂੰ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਗਏ ਹਨ। ਸਿੱਖ ਧਰਮ ਵਿੱਚ ਪ੍ਰਚਲਿਤ ਵਾਕ ਹੈ ਕਿ ਗੁਰੂ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜੋਤੀ ਜੋਤ ਸਮਾਉਣ ਵੇਲੇ ਇਹ ਵਾਕ ਕੀਤੇ ਸਨ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ, ਇਹ ਸਭ ਮੇਰੀ ਹੀ ਕਰਨੀ ਹੈ, ਮੇਰੀ ਕਰਨੀ ਹੀ ਜਾਣੋ। ਅੰਮ੍ਰਿਤ ਛਕਣ ਵੇਲੇ ਪੰਜ ਪਿਆਰੇ ਵੀ ਸਾਨੂੰ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੀ ਜੋੜਦੇ ਹਨ, ਅਤੇ ਤੁਹਾਡੇ ਇਸ ਚੈਨਲ ਪਾਵਰ ਆਫ ਗੁਰਬਾਣੀ ਦਾ ਵੀ ਇਹੋ ਹੀ ਉਪਰਾਲਾ ਹੈ। ਸੰਗਤ ਜੀ, ਵਿਧੀ ਨਾਲ ਗੁਰਬਾਣੀ ਦਾ ਪਾਠ ਕਰਕੇ ਬਹੁਤ ਸਾਰੇ ਲੋਕ ਕਰਜ਼ੇ ਤੋਂ ਮੁਕਤ ਹੋਏ ਹਨ ਅਤੇ ਆਪਣੇ ਜੀਵਨ ਦੇ ਰਹਿਣ ਸਹਿਣ ਵਿੱਚ ਤਬਦੀਲੀ ਲੈ ਕੇ ਆਂਦੀ ਹੈ ਉਹਨਾਂ ਨੇ। ਉਂਝ ਤਾਂ ਇਸ ਸ਼ਬਦ ਦਾ ਜਾਪ ਕਰਕੇ ਬਹੁਤ ਸਾਰੇ ਪਿਆਰੇ ਭੈਣ ਭਰਾ ਕਰਜ਼ੇ ਤੋਂ ਮੁਕਤ ਹੋਏ ਹਨ, ਪਰ ਇਸ ਵੀਡੀਓ ਵਿੱਚ ਆਪਾਂ 3 ਬੰਦਿਆਂ ਦੀ ਗੱਲ ਕਰਾਂਗੇ ਜੋ ਵੱਖ-ਵੱਖ ਤਰੀਕਿਆਂ ਨਾਲ ਕਰਜ਼ੇ ਤੋਂ ਮੁਕਤ ਹੋ ਕੇ ਸੁਖੀ ਹੋਏ ਹਨ। ਇਹਨਾਂ ਸਾਰੇ ਕਾਰਜਾਂ ਵਿੱਚ ਇੱਕੋ ਹੀ ਗੱਲ ਕਾਮਨ ਸੀ, ਇਹਨਾਂ ਸਾਰੇ ਕੰਮਾਂ ਵਿੱਚ ਸਿਰਫ ਇੱਕੋ ਸ਼ਬਦ ਦੀ ਹੀ ਕਲਾ ਵਰਤੀ ਹੈ। ਇਹਨਾਂ ਤਿੰਨਾਂ ਵਿੱਚੋਂ ਇੱਕ ਵੀਰ ਸ਼ਬਦ ਦਾ ਜਾਪ ਕਰਕੇ 80-90 ਲੱਖ ਰੁਪਏ ਦੇ ਕਰਜ਼ੇ ਤੋਂ ਮੁਕਤ ਹੋ ਗਿਆ। ਦੂਜੇ ਵੀਰ ਨੇ ਸ਼ਬਦ ਦਾ ਜਾਪ ਕੀਤਾ ਤਾਂ ਉਸ ਦੀ ਟਰਾਂਸਪੋਰਟ ਦਾ ਕੰਮ ਚੱਲ ਪਿਆ ਅਤੇ ਉਹ ਵੀ ਕਰਜ਼ੇ ਤੋਂ ਮੁਕਤ ਹੋ ਗਿਆ। ਤੀਜੇ ਬੰਦੇ ਨੇ ਜਦੋਂ ਕਰਜ਼ੇ ਤੋਂ ਮੁਕਤ ਹੋਣ ਵਾਸਤੇ ਇਸ ਸ਼ਬਦ ਦਾ ਜਾਪ ਕੀਤਾ ਤਾਂ ਉਸ ਨੂੰ ਧਰਤੀ ਵਿੱਚੋਂ ਦੱਬਿਆ ਹੋਇਆ ਬਹੁਤ ਸਾਰਾ ਧਨ ਮਿਲਿਆ ਅਤੇ ਉਹ ਵੀ ਕਰਜ਼ੇ ਤੋਂ ਮੁਕਤ ਹੋ ਗਿਆ। ਸੰਗਤ ਜੀ, ਆਪਾਂ ਗਾਥਾ ਸ਼ੁਰੂ ਕਰਨ ਤੋਂ ਪਹਿਲਾਂ ਮੌਜੂਦਾ ਸਮੇਂ ਉੱਤੇ ਥੋੜੀ ਨਜ਼ਰ ਮਾਰਦੇ ਹਾਂ ਕਿ ਅਸੀਂ ਕਰਜ਼ਾਈ ਕਿਵੇਂ ਹੋ ਜਾਂਦੇ ਹਾਂ। ਪਰ ਸੰਗਤ ਜੀ, ਇਹ ਨਾ ਸੋਚਣਾ ਕਿ ਭਾਜੀ ਜਲਦੀ ਮੁੱਦੇ ਉੱਤੇ ਹੀ ਨਹੀਂ ਆਉਂਦੇ, ਪਰ ਸੰਗਤ ਜੀ, ਮੁੱਦੇ ਉੱਤੇ ਆਉਣ ਤੋਂ ਪਹਿਲਾਂ ਵਾਲੀਆਂ ਗੱਲਾਂ ਵੀ ਤੁਹਾਡੇ ਹੀ ਕੰਮ ਦੀਆਂ ਹੁੰਦੀਆਂ। ਮੈਂ ਨਹੀਂ ਚਾਹੁੰਦਾ ਕਿ ਤੁਸੀਂ ਇਹਨਾਂ ਗਾਥਾਵਾਂ ਨੂੰ ਸਿਰਫ ਇੱਕ ਕਹਾਣੀ ਵਾਂਗ ਸੁਣੋ ਅਤੇ 2-3 ਦਿਨਾਂ ਬਾਅਦ ਭੁੱਲ ਜਾਓ। ਸਹੀ ਰਸਤੇ ਉੱਤੇ ਤੁਰਨ ਤੋਂ ਪਹਿਲਾਂ ਜਾਂ ਚੰਗੀਆਂ ਗਾਥਾਵਾਂ ਸੁਣਨ ਤੋਂ ਪਹਿਲਾਂ ਸਾਨੂੰ ਸਾਡੀ ਕਮੀਆਂ ਦਾ ਜ਼ਰੂਰ ਪਤਾ ਹੋਣਾ ਚਾਹੀਦਾ, ਜਾਂ ਫਿਰ ਉਹਨਾਂ ਵਿੱਚ ਕੁਝ ਸੁਧਾਰ ਲੈ ਕੇ ਆਉਣਾ ਚਾਹੀਦਾ ਇਹ ਗਾਥਾਵਾਂ ਸੁਣ ਕੇ। ਪਰ ਜੇ ਅਸੀਂ ਆਪਣੀਆਂ ਕਮੀਆਂ ਨਹੀਂ ਸੁਣਨਾ ਚਾਹੁੰਦੇ ਜਾਂ ਫਿਰ ਇਹਨਾਂ ਗਾਥਾਵਾਂ ਨੂੰ ਪ੍ਰੇਰਨਾ ਜਾਂ ਮੋਟੀਵੇਸ਼ਨ ਦੀ ਥਾਵੇਂ ਸਿਰਫ ਮਨੋਰੰਜਨ ਹੀ ਸਮਝਦੇ ਹਾਂ ਤਾਂ ਫਿਰ ਤੁਹਾਡੀ ਆਪਣੀ ਮਰਜ਼ੀ ਹੈ। ਅੱਜ ਦੇ ਜ਼ਮਾਨੇ ਵਿੱਚ ਹਰ 10 ਬੰਦਿਆਂ ਵਿੱਚੋਂ 8 ਬੰਦਿਆਂ ਸਿਰ ਕਰਜ਼ਾ ਹੈ। ਬਹੁਤ ਸਾਰੇ ਵੀਰ ਭੈਣ ਭਰਾ ਆਪਣਾ ਕਰਜ਼ਾ ਉਤਰ ਜਾਣ ਦੀ ਅਰਦਾਸ ਬੇਨਤੀ ਕਰਾਉਂਦੇ ਹਨ। ਉਹਨਾਂ ਵਿੱਚੋਂ ਬਹੁਤ ਸਾਰੇ ਵੀਰ ਭੈਣ ਗੁਰੂ ਸ਼ਬਦ ਦਾ ਜਾਪ ਕਰਕੇ
ਕਿਸੇ ਨਾ ਕਿਸੇ ਬਹਾਨੇ ਨਾਲ ਕਰਜ਼ੇ ਤੋਂ ਮੁਕਤ ਹੋ ਗਏ ਹਨ ਅਤੇ ਕਈ ਹਾਲੀ ਕੋਸ਼ਿਸ਼ਾਂ ਕਰ ਰਹੇ ਹਨ ਕਰਜ਼ੇ ਤੋਂ ਮੁਕਤ ਹੋਣ ਵਾਸਤੇ ਗੁਰਬਾਣੀ ਦਾ ਸ਼ਬਦ ਜਾਪ ਕਰਕੇ। ਜੋ ਕੋਸ਼ਿਸ਼ਾਂ ਕਰ ਰਹੇ ਹਨ, ਮੇਰੀ ਵਾਹਿਗੁਰੂ ਜੀ ਅੱਗੇ ਪ੍ਰਾਰਥਨਾ ਹੈ ਕਿ ਉਹ ਵੀ ਜਲਦੀ ਹੀ ਕਰਜ਼ੇ ਤੋਂ ਮੁਕਤ ਹੋ ਜਾਣ। ਪਰ ਸੰਗਤ ਜੀ, ਇੱਕ ਗੱਲ ਯਾਦ ਰੱਖਿਓ ਕਿ ਗੁਰਬਾਣੀ ਦਾ ਜਾਪ ਕਰਦਿਆਂ ਹੋਇਆਂ ਆਪਣੇ ਸੁਭਾਅ, ਆਪਣੀਆਂ ਆਦਤਾਂ ਅਤੇ ਖਰਚੇ ਕਰਨ ਦੇ ਤਰੀਕਿਆਂ ਨੂੰ ਬਦਲਣਾ ਬਹੁਤ ਜ਼ਰੂਰੀ ਹੈ। ਇਹ ਨਹੀਂ ਕਿ ਸ਼ਬਦ ਦਾ ਜਾਪ ਪਾਠ ਵੀ ਕਰਦੇ ਰਹੀਏ ਪਰ ਆਪਣੇ ਤੌਰ ਤਰੀਕੇ ਵੀ ਨਾ ਬਦਲੀਏ। ਬਸ ਇਹੀ ਸੋਚਦੇ ਜਾਈਏ ਕਿ ਆਪਾਂ ਤਾਂ ਹੁਣ ਪਾਠ ਕਰੀ ਜਾਂਦੇ ਆ, ਆਪਾਂ ਨੂੰ ਕੁਝ ਵੀ ਕਰਨ ਦੀ ਲੋੜ ਨਹੀਂ, ਕਰਜ਼ਾ ਹੁਣ ਆਪੇ ਲੱਥ ਜੂ। ਨਹੀਂ ਸੰਗਤ ਜੀ, ਬਾਣੀ ਪੜਨ ਦੇ ਨਾਲ ਨਾਲ ਕਿਰਤ ਵੀ ਕਰਨੀ ਹੈ। ਕਰਜ਼ਾ ਉਤਰ ਜਾਣ ਦੇ ਉਪਰਾਲੇ ਵੀ ਨਾਲ ਨਾਲ ਕਰਦੇ ਰਹਿਣੇ ਚਾਹੀਦੇ ਆ। ਸੰਗਤ ਜੀ, ਕਦੇ ਕਦੇ ਤਾਂ ਕਰਜ਼ਾ ਚੜ ਜਾਣ ਦੀ ਬੇਵਸੀ ਹੁੰਦੀ ਹੈ, ਪਰ ਕਦੀ ਕਦੀ ਬੇਪਰਵਾਹੀ ਨਾਲ ਕੀਤੇ ਖਰਚੇ ਸਾਨੂੰ ਕਰਜ਼ਾਈ ਬਣਾ ਦਿੰਦੇ ਆ। ਕਿਉਂਕਿ ਜਦੋਂ ਸਾਡੇ ਉੱਤੇ ਕਰਜ਼ਾ ਚੜਦਾ ਹੈ ਨਾ, ਤਾਂ ਉਸ ਦਾ ਕੋਈ ਨਾ ਕੋਈ ਕਾਰਨ, ਕੋਈ ਨਾ ਕੋਈ ਰੀਜ਼ਨ ਜ਼ਰੂਰ ਹੁੰਦਾ ਹੈ। ਨਹੀਂ ਤਾਂ ਕਰਜ਼ਾ ਕੋਈ ਭੂਤ ਪ੍ਰੇਤ ਥੋੜਾ ਹੀ ਹੈ ਜੋ ਤੁਰੇ ਜਾਂਦੇ ਬੰਦੇ ਨੂੰ ਚੁੰਬੜ ਜਾਂਦਾ। ਇਸ ਵਿੱਚ ਸਾਡੀਆਂ ਹੀ ਗਲਤੀਆਂ ਹੁੰਦੀਆਂ ਹਨ, ਜਿਵੇਂ ਕਿ ਵਪਾਰੀਆਂ ਨੂੰ ਹੰਕਾਰ ਮਾਰ ਜਾਂਦਾ ਅਤੇ ਉਹ ਗਰੀਬਾਂ ਦੀਆਂ ਬਦਦੁਆਵਾਂ ਨਾਲ ਉਹਨਾਂ ਦੀ ਹਾਲਤ ਇੰਨੀ ਪਤਲੀ ਹੋ ਜਾਂਦੀ ਹੈ ਕਿ ਉਹ ਹੌਲੀ ਹੌਲੀ ਉਹਨਾਂ ਦਾ ਪਤਨ ਹੋ ਜਾਂਦਾ ਹੈ। ਫਿਰ ਉਹਨਾਂ ਦਾ ਇੱਕ ਦਿਨ ਦੀਵਾਲੀਆ ਨਿਕਲ ਜਾਂਦਾ, ਸਿਰਫ ਹੰਕਾਰ ਕਰਨ ਕਰਕੇ। ਆਮ ਬੰਦੇ ਨੂੰ ਦੁਨੀਆ ਦਾ ਨੱਕ ਲੈ ਕੇ ਬੈਠ ਜਾਂਦਾ। ਉਹ ਸ਼ਰੀਕਾਂ ਵਿੱਚ ਨੱਕ ਰੱਖਣ ਵਾਸਤੇ ਅੱਡੀਆਂ ਚੁੱਕ ਕੇ ਫਾਹਾ ਲੈਂਦਾ, ਜਿਵੇਂ ਕੁੜੀ ਦੇ ਵਿਆਹ ਵਿੱਚ ਆਪਣੇ ਮਾਜਨੇ ਤੋਂ ਜ਼ਿਆਦਾ ਖਰਚਾ ਕਰਨਾ, ਜਾਂ ਫਿਰ ਫਲਾਣੇ ਦਾ ਬੱਚਾ ਕੈਨੇਡਾ ਚਲਾ ਗਿਆ, ਅਮਰੀਕਾ ਚਲਾ ਗਿਆ, ਇੰਗਲੈਂਡ ਚਲਾ ਗਿਆ, ਆਸਟ੍ਰੇਲੀਆ ਚਲਾ ਗਿਆ, ਸਾਡਾ ਵੀ ਜਾਣਾ ਚਾਹੀਦਾ। ਜਾਂ ਫਿਰ ਸਿੰਬਲ ਸਟੇਟਸ ਦਿਖਾਉਣ ਵਾਸਤੇ ਕਰਜ਼ੇ ਚੁੱਕਣੇ, ਜਿਵੇਂ ਵੱਡੀਆਂ ਅਤੇ ਮਹਿੰਗੀਆਂ ਕਾਰਾਂ ਖਰੀਦਣੀਆਂ, ਮਹਿੰਗਾ ਫੋਨ ਖਰੀਦਣਾ, ਲੋੜ ਤੋਂ ਜ਼ਿਆਦਾ ਵੱਡਾ ਘਰ ਪਾਉਣਾ, ਜਾਂ ਫਿਰ ਅਦਰ ਰੀਜ਼ਨ ਕੁਛ ਵੀ ਹੋ ਸਕਦਾ। ਜਾਂ ਫਿਰ ਬੁਰੀ ਸੰਗਤ ਵਿੱਚ ਪੈ ਕੇ ਪੈਸੇ ਉਡਾਉਣੇ, ਜਾਂ ਲਾਲਚ ਵਸ ਹੋ ਕੇ ਸ਼ੇਅਰ ਬਾਜ਼ਾਰੀ ਜਾਂ ਸੱਟਾਬਾਜ਼ੀ ਵਿੱਚ ਪੈਸੇ ਲਾਉਣੇ। ਸੰਗਤ ਜੀ, ਲਾਲਚ ਤਾਂ ਇੱਕ ਦਲਦਲ ਹੈ। ਇਸ ਦਲਦਲ ਦੇ ਵਿੱਚ ਬੰਦਾ ਅੱਗੇ ਹੀ ਅੱਗੇ ਧੱਸਦਾ ਜਾਂਦਾ, ਪਿੱਛੇ ਮੁੜਨ ਦਾ ਕੋਈ ਵੀ ਆਪਸ਼ਨ ਨਹੀਂ ਹੁੰਦਾ। ਸੰਗਤ ਜੀ, ਕਰਜ਼ਾਈ ਹੋਣ ਦੇ ਐਸੇ ਕਈ ਕਾਰਨ ਹੋ ਸਕਦੇ ਹਨ। ਜਦੋਂ ਅਸੀਂ ਕਰਜ਼ਾਈ ਹੋ ਜਾਂਦੇ ਹਾਂ ਤਾਂ ਅਸਲ ਸੱਚ ਅਸੀਂ ਕਿਸੇ ਨੂੰ ਦੱਸਦੇ ਹੀ ਨਹੀਂ, ਬਸ ਉਹੀ ਕਹਿ ਦਿੰਦੇ ਆ, ਯਾਰ ਪਤਾ ਨਹੀਂ ਕਰਜ਼ਾ ਕਿਵੇਂ ਚੜ ਗਿਆ। ਪਰ ਜਦੋਂ ਅਸੀਂ ਗੌਰਮੈਂਟ ਤੋਂ ਜਾਂ ਆੜ੍ਹਤੀਏ ਤੋਂ ਕਰਜ਼ਾ ਲੈ ਕੇ ਉਸ ਦਾ ਸਹੀ ਤਰੀਕੇ ਨਾਲ ਇਸਤੇਮਾਲ ਨਹੀਂ ਕਰਾਂਗੇ ਤਾਂ ਫਿਰ ਕਰਜ਼ਾ ਕਿੱਥੋਂ ਉਤਰਨਾ। ਅੱਜ ਕੱਲ ਤਾਂ ਛੋਟੇ ਜ਼ਿਮੀਂਦਾਰ ਦਾ ਅਤੇ ਵੱਡੇ ਜ਼ਿਮੀਂਦਾਰ ਦਾ ਇੱਕੋ ਜਿਹਾ ਹੀ ਸਟੇਟਸ ਹੈ, ਕੋਈ ਪਤਾ ਹੀ ਨਹੀਂ ਚੱਲਦਾ। ਸੰਗਤ ਜੀ, ਜਦੋਂ ਦਾਸ ਵੀ ਕਰਜ਼ਾਈ ਹੋਣ ਦਾ ਕਾਰਨ ਪੁੱਛਦਾ ਅਰਦਾਸ ਕਰਾਉਣ ਤੋਂ ਪਹਿਲਾਂ, ਤਾਂ ਸਾਰੇ ਹੀ ਸਹੀ ਗੱਲ ਦੱਸਣ ਲੱਗਿਆ ਆਉਂ ਗਾਉਂ ਜੀ ਕਰ ਜਾਂਦੇ ਆ, ਸਹੀ ਗੱਲ ਦੱਸਦੇ ਹੀ ਨਹੀਂ। ਸੰਗਤ ਜੀ, ਆਓ ਆਪਾਂ ਹੁਣ ਮੁੱਦੇ ਦੀ ਗੱਲ ਕਰਦੇ ਹਾਂ। ਪੰਜਾਬ ਵਿੱਚ ਵਪਾਰ ਦੀ ਦੁਨੀਆ ਦਾ ਸਭ ਤੋਂ ਵੱਡਾ ਸ਼ਹਿਰ ਹੈ ਲੁਧਿਆਣਾ। ਇੱਥੋਂ ਇੱਕ ਪਰਿਵਾਰ ਦਾ ਫੋਨ ਆਇਆ ਕਿ ਭਾਜੀ, ਮੇਰਾ ਨਾਮ ਰਾਜਵਿੰਦਰ ਸਿੰਘ ਹੈ, ਸਾਡੇ ਕੋਲ ਵਾਹਿਗੁਰੂ ਦਾ ਦਿੱਤਾ ਬਹੁਤ ਕੁਝ ਹੈ,
ਮਹਿੰਗੇ ਏਰੀਏ ਵਿੱਚ ਰਹਿਣ ਵਾਸਤੇ ਚੰਗਾ ਸੋਹਣਾ ਘਰ ਹੈ, ਬਾਜ਼ਾਰ ਵਿੱਚ ਐਨ ਮੌਕੇ ਉੱਤੇ ਸੋਹਣੀ ਦੁਕਾਨ ਵੀ ਹੈ ਅਤੇ ਚੰਗੀ ਕਮਾਈ ਵੀ ਹੁੰਦੀ ਹੈ। ਪਰ ਦੁਨੀਆ ਦੀ ਦੌੜ ਵਿੱਚ ਅਤੇ ਕਾਰੋਬਾਰ ਨੂੰ ਵੱਡਿਆਂ ਕਰਦੇ ਕਰਦੇ ਅਸੀਂ ਕਰਜ਼ੇ ਥੱਲੇ ਦੱਬੇ ਗਏ ਹਾਂ। ਵੀਰ ਜੀ, ਕਰਜ਼ਾ ਵੀ ਥੋੜਾ ਨਹੀਂ ਹੈ, 80-90 ਲੱਖ ਰੁਪਏ ਥੱਲੇ ਆ ਗਏ ਹਾਂ। ਹੁਣ ਕਰਜ਼ਾ ਤਾਂ ਕੀ ਲੱਥਣਾ ਹੈ, ਉਸ ਦਾ ਵਿਆਜ ਵੀ ਪੂਰਾ ਨਹੀਂ ਹੁੰਦਾ। ਅੱਜ ਕੱਲ ਘਰ ਵਿੱਚ ਰੋਜ਼ ਰਾਤ ਨੂੰ ਲੜਾਈ ਝਗੜਾ ਹੁੰਦਾ ਹੈ। ਰਾਤ ਨੂੰ ਰੋਟੀ ਖਾਣੀ ਦੁੱਭਰ ਹੋ ਜਾਂਦੀ ਹੈ। ਕੋਈ ਕਹਿੰਦਾ ਘਰ ਵੇਚ ਦਿਓ, ਕੋਈ ਕਹਿੰਦਾ ਦੁਕਾਨ ਵੇਚ ਦਿਓ। ਜਦੋਂ ਕੋਈ ਇੱਕ ਦੂਜੇ ਦੀ ਗੱਲ ਨਹੀਂ ਮੰਨਦਾ ਤਾਂ ਫਿਰ ਗੱਲ ਮਰਨ ਮਰਾਉਣ ਤੇ ਪਹੁੰਚ ਜਾਂਦੀ ਹੈ। ਭਾਜੀ, ਅਸੀਂ ਬਹੁਤ ਦੁਖੀ ਹੋਏ ਪਏ ਹਾਂ। ਕੋਈ ਰਿਸ਼ਤੇਦਾਰ ਵੀ ਸਾਡੀ ਮਦਦ ਨਹੀਂ ਕਰਦਾ। ਦਾਸ ਨੇ ਕਿਹਾ, ਕੋਈ ਨਹੀਂ ਭਾਜੀ, ਗੁਰੂ ਨਾਨਕ ਸਾਹਿਬ ਜੀ ਠੀਕ ਹੀ ਕਰਨਗੇ। ਤੁਹਾਡੇ ਕਰਜ਼ੇ ਦੇ ਹਿਸਾਬ ਨਾਲ ਤੁਸੀਂ ਘਰ ਜਾਂ ਦੁਕਾਨ ਵੇਚਣ ਦਾ ਫੈਸਲਾ ਕਰੀ ਬੈਠੇ ਹੋ। ਤੁਹਾਡਾ ਫੈਸਲਾ ਦਰੁਸਤ ਹੈ। ਤੁਸੀਂ ਇਸ ਤਰ੍ਹਾਂ ਕਰੋ, ਦੁਕਾਨ ਨਾ ਵੇਚੋ ਅਤੇ ਘਰ ਵੇਚਣ ਦੀ ਵਿਚਾਰ ਕਰ ਲਵੋ, ਕਿਉਂਕਿ ਦੁਕਾਨ ਤੁਹਾਡੀ ਮੌਕੇ ਉੱਤੇ ਹੈ ਅਤੇ ਕਾਰੋਬਾਰ ਵੀ ਚੰਗਾ ਚੱਲ ਰਿਹਾ। ਚੱਲਦਾ ਕੰਮ ਵੇਚਣਾ ਚੰਗੀ ਗੱਲ ਨਹੀਂ ਹੁੰਦੀ। ਘਰ ਤੁਹਾਡੇ ਮਹਿੰਗੇ ਅਤੇ ਪੌਸ਼ ਏਰੀਏ ਵਿੱਚ ਹੈ। ਤੁਹਾਡਾ ਘਰ ਮਹਿੰਗੇ ਅਤੇ ਪੌਸ਼ ਏਰੀਏ ਦੇ ਵਿੱਚ ਹੈ। ਕਰਜ਼ੇ ਨਾਲੋਂ ਦੁੱਗਣੇ ਰੇਟ ਵਿੱਚ ਤੁਹਾਡਾ ਘਰ ਵਿਕ ਜਾਵੇਗਾ। ਤੁਹਾਡਾ ਕਰਜ਼ਾ ਵੀ ਲੱਥ ਜਾਣਾ ਤੇ ਫਿਰ ਥੋੜੇ ਸਸਤੇ ਰੇਟ ਦਾ ਘਰ ਖਰੀਦ ਲੈਣਾ ਤੁਸੀਂ, ਜਾਂ ਫਿਰ ਕੁਝ ਸਮੇਂ ਵਾਸਤੇ ਤੁਸੀਂ ਕਿਰਾਏ ਉੱਤੇ ਘਰ ਲੈ ਕੇ ਰਹਿ ਲਿਓ। ਦੁਕਾਨ ਦੀ ਕਮਾਈ ਉਸੇ ਤਰ੍ਹਾਂ ਚੱਲਦੀ ਰਹੇਗੀ ਅਤੇ ਜਦੋਂ ਕਰਜ਼ਾ ਉਤਰ ਗਿਆ ਤਾਂ ਵਿਆਜ ਵਾਲਾ ਪੈਸਾ ਵੀ ਬਚ ਜਾਵੇਗਾ। ਤਾਂ ਫਿਰ ਭਾਵੇਂ ਤੁਸੀਂ 4 ਹੋਰ ਘਰ ਖਰੀਦ ਲਿਓ। ਉਹ ਕਹਿੰਦੇ, ਭਾਜੀ, ਗੱਲ ਤਾਂ ਤੁਹਾਡੀ ਠੀਕ ਹੈ, ਪਰ ਦੋਵੇਂ ਬੱਚਿਆਂ ਦੇ ਮੂੰਹ ਵੱਖਰੇ ਵੱਖਰੇ ਹਨ। ਉਹਨਾਂ ਨੂੰ ਕੌਣ ਸਮਝਾਵੇ ਅਤੇ ਨਾ ਹੀ ਇੰਨਾ ਮਹਿੰਗਾ ਘਰ ਛੇਤੀ ਵਿਕਣਾ ਹੈ। ਦਾਸ ਨੇ ਕਿਹਾ, ਕੋਈ ਨਾ ਭਾਜੀ, ਤੁਸੀਂ ਗੁਰਬਾਣੀ ਸ਼ਬਦ ਦਾ ਜਾਪ ਪਾਠ ਕਰੋ ਅਤੇ ਬਾਅਦ ਵਿੱਚ ਬੱਚਿਆਂ ਨੂੰ ਆਪਣੇ ਕੋਲ ਬਿਠਾ ਕੇ ਸਮਝਾਉਣਾ। ਉਹ ਤੁਹਾਡੀ ਗੱਲ ਜ਼ਰੂਰ ਸਮਝ ਜਾਣਗੇ। ਖੈਰ, ਪਾਵਰ ਆਫ ਗੁਰਬਾਣੀ ਦੇ ਰੂਲ ਅਨੁਸਾਰ ਉਹਨਾਂ ਨੂੰ ਗੁਰਬਾਣੀ ਸ਼ਬਦ ਮਿਲਿਆ ਅਤੇ ਉਹਨਾਂ ਨੇ ਵਿਧੀ ਪੂਰਵਕ ਉਸ ਸ਼ਬਦ ਦਾ ਜਾਪ ਕੀਤਾ। ਉਹ ਸ਼ਬਦ ਇਹ ਸੀ, ਜੈਤ ਸ੍ਰੀ ਮਹੱਲਾ ਚੌਥਾ, ਘਰ ਪਹਿਲਾ, ਚੌਪ ਦੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੇਰੇ ਹੀਅਰੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ, ਗੁਰ ਨਾਮ ਦਿਓ ਰਿਣ ਲਾਥਾ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਗੁਰ ਪੂਰੇ ਹਰ ਨਾਮ ਦ੍ਰਿੜਾਇਆ। ਬਿਨ ਨਾਵੈ ਜੀਵਨ ਬਿਰਥਾ ਰਹਾਓ। ਬਿਨ ਗੁਰ ਮੂੜ ਭਏ ਹੈ ਮਨਮੁਖ, ਤੇ ਮੋਹ ਮਾਇਆ ਨਿਤ ਫਾਥਾ। ਤਿਨ ਸਾਧੂ ਚਰਨ ਨ ਸੇਵੇ ਕਬਹੂ, ਤਿਨ ਸਭ ਜਨਮ ਅਕਾਥਾ। ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿਨ ਸਫਲਿਓ ਜਨਮ ਸਨਾਥਾ। ਮੋਕੋ ਕੀਜੈ ਦਾਸ, ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਨਾਥਾ। ਹਮ ਅੰਧਲੇ ਗਿਆਨਹੀਣ ਅਗਿਆਨੀ, ਕਿਉ ਚਾਲੇ ਮਾਰਗ ਪੰਥਾ। ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚਲਹਿ ਮਲੰਥਾ। ਸੰਗਤ ਜੀ, ਇਹ ਸ਼ਬਦ ਦਾ ਜਾਪ ਮਿਲਿਆ ਉਹਨਾਂ ਨੂੰ। ਇਸ ਸ਼ਬਦ ਦੀਆਂ ਪਹਿਲੀਆਂ 2 ਪੰਗਤੀਆਂ ਦਾ ਅਰਥ ਹੈ। ਮੈਂ ਤੁਹਾਨੂੰ ਦੱਸ ਦਿੰਦਾ, ਇਸ ਸ਼ਬਦ ਦੀਆਂ ਪਹਿਲੀਆਂ 2 ਪੰਗਤੀਆਂ ਦਾ ਅਰਥ ਮੈਂ ਤੁਹਾਨੂੰ ਦੱਸ ਦਿੰਦਾ। ਸ਼ਬਦ ਵੱਡਾ ਹੈ ਕਿ ਸਤਿਗੁਰੂ ਰਾਮਦਾਸ ਜੀ ਫਰਮਾਨ ਕਰਦੇ ਹਨ ਕਿ ਜਦੋਂ ਮੇਰੇ ਸਮਰੱਥ ਗੁਰੂ ਨੇ ਮੇਰੇ ਮੱਥੇ ਉੱਤੇ ਆਪਣਾ ਹੱਥ ਰੱਖ ਦਿੱਤਾ ਤਾਂ ਰਤਨਾ ਵਰਗਾ ਕੀਮਤੀ ਵਾਹਿਗੁਰੂ ਦਾ ਨਾਮ ਮੇਰੇ ਹਿਰਦੇ ਵਿੱਚ ਆ ਵਸਿਆ, ਜਿਸ ਨਾਲ ਮੇਰੇ ਜਨਮਾਂ ਜਨਮਾਂ ਦੇ ਪਾਪ ਵੀ ਲੱਥ ਗਏ ਅਤੇ ਮੇਰਾ ਕਰਜ਼ਾ ਵੀ ਉਤਰ ਗਿਆ। ਇਸ ਸ਼ਬਦ ਵਿੱਚ ਜੋ ਰਿਣ ਸ਼ਬਦ ਵਰਤਿਆ ਗਿਆ ਹੈ ਗੁਰੂ ਰਾਮਦਾਸ ਜੀ ਵੱਲੋਂ, ਤਾਂ ਉਸ ਰਿਣ ਦਾ ਅਰਥ ਹੈ ਰਿਣ। ਰਿਣ ਦਾ ਅਰਥ ਹੁੰਦਾ ਕਰਜ਼ਾ।
ਗੁਰਨਾਮ ਦਿਓ ਰਿਣ ਲਾਥਾ। ਰਿਣ ਦਾ ਮਤਲਬ ਰਿਣ ਜਾਂ ਕਰਜ਼ਾ। ਗੁਰੂ ਨੇ ਆਪਣੇ ਨਾਮ ਦੀ ਦਾਤ ਦਿੱਤੀ ਤਾਂ ਮੇਰਾ ਕਰਜ਼ਾ ਲੱਥ ਗਿਆ, ਮੇਰਾ ਰਿਣ ਲੱਥ ਗਿਆ। ਜਿਵੇਂ ਆਪਾਂ ਕਹਿ ਦਿੰਦੇ ਆ ਨਾ ਕਿ ਮੈਂ ਤੇਰਾ ਰਿਣੀ ਹਾਂ, ਜਾਣੀ ਮੈਂ ਤੇਰਾ ਕਰਜ਼ਾਈ ਹਾਂ। ਸੋ ਸੰਗਤ ਜੀ, ਇਹ ਸ਼ਬਦ ਉਹਨਾਂ ਨੂੰ ਸਵੇਰੇ ਜਪਣ ਵਾਸਤੇ ਮਿਲਿਆ ਤੇ ਸ਼ਾਮ ਨੂੰ ਜਪਣ ਵਾਸਤੇ ਇੱਕ ਅਸਤੋਤਰ ਜੋ ਗੁਰਬਾਣੀ ਦਾ ਨਹੀਂ ਹੈ, ਗੁਰਬਾਣੀ ਤੋਂ ਬਾਹਰ ਦਾ, ਉਹ ਮਿਲਿਆ। ਉਹ ਇਸ ਤਰ੍ਹਾਂ ਦਾ ਸਤੋਤਰ ਹੈ। ਗੁਰੂ ਨਾਨਕ ਤੇਰੀ ਵੱਡੀ ਕਮਾਈ, ਗੁਰੂ ਨਾਨਕ ਜੀ ਦੀ ਦੁਹਾਈ, ਗੁਰੂ ਨਾਨਕ ਜੀ ਰੱਖਿਆ ਕਰੇ, ਗੁਰੂ ਨਾਨਕ ਜੀ ਊਣੇ ਭਰੇ। ਸੰਗਤ ਜੀ, ਇਹ ਜੋ 4 ਪੰਗਤੀਆਂ ਹਨ ਨਾ, ਇਹ ਗੁਰੂ ਨਾਨਕ ਸਾਹਿਬ ਜੀ ਵੱਲੋਂ ਦਾਸ ਨੂੰ ਬਖਸ਼ਿਸ਼ ਹੋਈਆਂ ਵੀ ਹੈ। ਇਸ ਨੂੰ ਅਸਤੋਤਰ ਕਹਿੰਦੇ ਹਨ। ਅਸਤੋਤਰ ਦਾ ਅਰਥ ਹੁੰਦਾ ਹੈ ਕਿ ਜਿਨ੍ਹਾਂ ਬੋਲਾਂ ਵਿੱਚ ਆਪਣੇ ਇਸ਼ਟ ਦੇਵ ਦੀ ਵਡਿਆਈ ਵੀ ਹੋ ਰਹੀ ਹੋਵੇ ਅਤੇ ਆਪਣੀ ਮੰਗ ਵੀ ਮੰਗੀ ਜਾ ਰਹੀ ਹੋਵੇ, ਉਸ ਨੂੰ ਅਸਤੋਤਰ ਕਹਿੰਦੇ ਆ। ਊਣੇ ਦਾ ਅਰਥ ਹੈ ਅੱਧਾ ਖਾਲੀ। ਪਰ ਗੁਰੂ ਨਾਨਕ ਜੀ ਊਣਿਆਂ ਨੂੰ ਭਰਨ ਵਾਲੇ ਹਨ, ਭਾਵ ਕਿ ਗੁਰੂ ਜੀ ਗੁਣਾਂ ਤੋਂ ਖਾਲੀ ਬੰਦਿਆਂ ਨੂੰ ਨੱਕੋ ਨੱਕ ਭਰ ਦਿੰਦੇ ਹਨ। ਖੈਰ ਸੰਗਤ ਜੀ, ਦਾਸ ਨੇ ਉਹਨਾਂ ਨੂੰ ਇਹ ਸ਼ਬਦ ਪੜ੍ਹਨ ਦੀ ਬੇਸਿਕ ਵਿਧੀ ਸਮਝਾ ਦਿੱਤੀ। ਬੇਸਿਕ ਵਿਧੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਤੁਸੀਂ ਬਹੁਤ ਸਾਰੇ ਲੋਕ ਗੁਰਬਾਣੀ ਦੇ ਸ਼ਬਦ ਜਪ ਕਰ ਰਹੇ ਹੋ ਆਫਟਰ ਅਰਦਾਸ ਜੋ ਤੁਹਾਨੂੰ ਮਿਲੇ ਹਨ, ਜਿਵੇਂ ਜੋਤ ਜਗਾਉਣੀ, ਧੂਫ ਤਕਾਉਣੀ, ਕੋਲੇ ਜਲ ਰੱਖਣਾ, ਆਪਣੇ ਬੈਠਣ ਵਾਸਤੇ ਚਿੱਟਾ ਆਸਣ ਲਾਉਣਾ, ਗੁਰੂ ਨਾਨਕ ਸਾਹਿਬ ਜੀ ਦੇ ਬੈਠਣ ਵਾਸਤੇ ਆਪਣੇ ਸਾਹਮਣੇ ਚਿੱਟੇ ਰੰਗ ਦਾ ਆਸਣ ਲਾਉਣਾ। ਤੇ ਕਈ ਵੀਰ ਕੀ ਕਰਦੇ ਆ ਕਿ ਗੁਰੂ ਨਾਨਕ ਸਾਹਿਬ, ਜਦੋਂ ਕਹੀਦਾ ਗੁਰੂ ਨਾਨਕ ਸਾਹਿਬ ਜੀ ਦੇ ਬੈਠਣ ਵਾਸਤੇ ਚਿੱਟੇ ਰੰਗ ਦਾ ਆਸਣ ਲਾਓ, ਤਾਂ ਉਹ ਆਸਣ ਲਾ ਕੇ ਉੱਤੇ ਫੋਟੋ ਰੱਖ ਦਿੰਦੇ ਆ। ਨਹੀਂ, ਫੋਟੋ ਨਹੀਂ ਰੱਖਣੀ ਗੀ, ਉਵੇਂ ਆਸਣ ਰੱਖਣਾ ਆਪਦੇ ਸਾਹਮਣੇ। ਆਸਣ ਬਣਾਉਣਾ, ਕੰਬਲ ਦੂਰਾ ਕਰਕੇ ਉੱਤੇ ਚਿੱਟੀ ਚਾਦਰ ਵਿਛਾ ਦਿਓ ਤੇ ਸਤਿਗੁਰੂ ਮਹਾਰਾਜ ਜੀ, ਜਦੋਂ ਤੁਸੀਂ ਪਾਠ ਕਰਨ ਬੈਠੋਗੇ ਤਾਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੁਹਾਡੇ ਸਾਹਮਣੇ ਆ ਕੇ ਬੈਠਣਗੇ, ਤੁਹਾਡਾ ਪਾਠ ਸੁਣਨਗੇ, ਤੁਹਾਡੀ ਫਰਿਆਦ ਸੁਣਨਗੇ। ਸੋ ਇਹ ਬੇਸਿਕ ਵਿਧੀ ਹੁੰਦੀ ਹੈ। ਫਿਰ ਇੱਕ ਦਿਨ ਉਹਨਾਂ ਦਾ ਫੋਨ ਆਇਆ ਕਿ ਭਾਜੀ, ਸ਼ਬਦ ਜਾਪ ਦੇ ਅੱਧ ਵਿਚਾਲੇ ਹੀ ਬੱਚਿਆਂ ਨੇ ਬੈਠ ਕੇ ਆਪ ਵਿੱਚ ਫੈਸਲਾ ਕਰ ਲਿਆ ਸੀ ਕਿ ਆਪਾਂ ਘਰ ਵੇਚ ਦਿੰਦੇ ਆ। ਭਾਜੀ ਹੁਣ ਤੁਸੀਂ ਗੁਰੂ ਜੀ ਤੋਂ ਮਿਹਰ ਕਰਵਾ ਦਿਓ ਕਿ ਛੇਤੀ ਹੀ ਘਰ ਵਿਕ ਜਾਵੇ। ਦਾਸ ਨੇ ਕਿਹਾ, ਭਾਜੀ ਮੈਂ ਕੋਈ ਮਿਹਰ ਨਹੀਂ ਕਰਨੀ, ਇਹ ਕੋਰਾ ਜਵਾਬ ਆਪਣਾ। ਬਸ ਇਸੇ ਸ਼ਬਦ ਦਾ ਜਾਪ ਕਰਦੇ ਰਹੋ ਅਤੇ ਆਪਣੇ ਘਰ ਵਿੱਚ ਪੂਜਾ ਵਾਲੀ ਥਾਂ ਉੱਤੇ ਪਿੱਤਲ ਜਾਂ ਮਿੱਟੀ ਦਾ ਘੜਾ ਜਲ ਨਾਲ ਭਰ ਕੇ ਰੱਖ ਦਿਓ ਅਤੇ ਉਸ ਨੂੰ ਚੱਪਣ ਨਾਲ ਢੱਕ ਕੇ ਉਸ ਉੱਤੇ ਇੱਕ ਪਾਣੀ ਵਾਲੇ ਨਾਰੀਅਲ ਨੂੰ ਕੇਸਰੀ ਕੱਪੜੇ ਵਿੱਚ ਲਪੇਟ ਕੇ ਅਤੇ ਉਸ ਦੇ ਉੱਤੇ, ਕੇਸਰੀ ਕੱਪੜੇ ਦੇ ਉੱਤੇ ਖੰਮਣੀ ਲਪੇਟ ਕੇ, ਖੰਮਣੀ ਕਹਿੰਦੇ ਆ ਮਾਲਵੇ ਵਿੱਚ, ਮਾਝੇ ਚ ਮੌਲਵੀ ਕਹਿੰਦੇ ਆ, ਸ਼ਹਿਰਾਂ ਵਿੱਚ ਬਹੁਤ ਸਾਰੇ ਲੋਕ ਉਹਨੂੰ ਪੰਜਾਬ ਤੋਂ ਬਾਹਰ ਰੰਗੋਲੀ ਵੀ ਕਹਿੰਦੇ ਆ। ਸੋ ਉਹ ਰੰਗ ਬਰੰਗਾ ਧਾਗਾ ਜਿਹਨੂੰ ਖੰਮਣੀ ਕਿਹਾ ਜਾਂਦਾ ਜਾਂ ਮੌਲੀ ਕਿਹਾ ਜਾਂਦਾ, ਉਹ ਉਸ ਕੇਸਰੀ ਕੱਪੜੇ ਦੇ ਉੱਪਰ ਲਪੇਟ ਕੇ ਕੁੰਭ ਦੇ ਢੱਕਣ ਉੱਤੇ ਰੱਖ ਦੇਣਾ। ਫਿਰ ਉਸ ਦੇ ਕੋਲੇ ਬੈਠ ਕੇ ਹਰ ਰੋਜ਼ ਇੱਕ ਪਾਠ ਜਪਜੀ ਸਾਹਿਬ ਜੀ ਦਾ ਕਰਨਾ, ਪਰ ਆਪਣੇ ਸ਼ਬਦ ਦਾ ਜਾਪ ਵੀ ਆਪਣੀ ਵਿਧੀ ਨਾਲ ਕਰਦੇ ਰਹਿਣਾ। ਪਰ ਯਾਦ ਰਹੇ ਕਿ ਮਕਾਨ ਵਿਕਣ ਤੱਕ ਉਹ ਕੁੰਭ ਅਤੇ ਨਾਰੀਅਲ ਉੱਥੇ ਹੀ ਪਏ ਰਹਿਣ ਦੇਣੇ ਆ ਅਤੇ ਉਸੇ ਕੋਲੇ ਬੈਠ ਕੇ ਹਰ ਰੋਜ਼ ਜਪਜੀ ਸਾਹਿਬ ਜੀ ਦਾ ਪਾਠ ਕਰਨਾ। ਉਸ ਕੁੰਭ ਦੇ ਕੋਲੇ ਬੈਠ ਕੇ ਹਰ ਰੋਜ਼ ਜਪਜੀ ਸਾਹਿਬ ਜੀ ਦਾ ਇੱਕ ਪਾਠ ਕਰਨਾ। ਫਿਰ ਸਮਾਂ ਪਾ ਕੇ ਇੱਕ ਦਿਨ ਉਹਨਾਂ ਦਾ ਫੋਨ ਆਇਆ, ਕਹਿੰਦੇ ਭਾਜੀ ਆਪਣਾ ਮਕਾਨ ਵਿਕ ਗਿਆ, ਬਾਬੇ ਦੀ ਕਿਰਪਾ ਨਾਲ ਕਰਜ਼ਾ ਉਤਾਰ ਕੇ ਅੱਧੋ ਅੱਧ ਪੈਸਾ ਬਚ ਗਿਆ। ਹੁਣ ਅਸੀਂ ਸੋਚਿਆ ਕਿ 2 ਸਾਲ ਰੁਕ ਕੇ ਵੱਡਾ ਘਰ ਖਰੀਦ ਲਵਾਂਗੇ ਜਾਂ ਫਿਰ ਆਪਣੇ ਹੱਥੀਂ ਆਪ ਵੱਡਾ ਘਰ ਬਣਾ ਲਵਾਂਗੇ। ਉਨੀ ਦੇਰ ਕਿਰਾਏ ਦਾ ਘਰ ਲੈ ਕੇ ਕੰਮ ਚਲਾ ਲੈਂਦੇ ਆ। ਮੈਂ ਕਿਹਾ ਠੀਕ ਹੈ ਵੀਰ ਜੀ, ਵਾਹਿਗੁਰੂ ਜੀ ਤੁਹਾਨੂੰ ਖੁਸ਼ੀਆਂ ਅਤੇ ਸਫਲਤਾ ਬਖਸ਼ਣ।
ਸੋ ਸੰਗਤ ਜੀ, ਇਸ ਤਰ੍ਹਾਂ ਇਸ ਬਹਾਨੇ ਨਾਲ ਇਸ ਪਰਿਵਾਰ ਦਾ ਕਰਜ਼ਾ ਵੀ ਉਤਰ ਗਿਆ ਅਤੇ ਰੋਜ਼ ਦੇ ਕਲਹ ਕਲੇਸ਼ ਤੋਂ ਵੀ ਮੁਕਤ ਹੋ ਗਏ। ਸੰਗਤ ਜੀ, ਹੁਣ ਆਪਾਂ ਦੂਜੀ ਗਾਥਾ ਸੁਣਦੇ ਹਾਂ। ਸੰਗਤ ਜੀ, ਸ੍ਰੀ ਮੁਕਤਸਰ ਸਾਹਿਬ ਦੇ ਆਸ-ਪਾਸ ਦਾ ਇਲਾਕਾ, ਸ੍ਰੀ ਮੁਕਤਸਰ ਸਾਹਿਬ, ਜਿਹਨੂੰ ਆਪਾਂ ਆਮ ਭਾਸ਼ਾ 'ਚ ਕਹਿੰਦੇ ਮੁਕਤਸਰ ਸਾਹਿਬ। ਸੋ ਮੁਕਤਸਰ ਸਾਹਿਬ ਦੇ ਆਸ-ਪਾਸ ਦਾ ਇਲਾਕਾ ਪੁਰਾਣੇ ਸਮੇਂ ਤੋਂ ਹੀ ਬਹੁਤ ਅਮੀਰ ਹੈ। ਜਿਵੇਂ ਰੁਪਾਣਾ ਪਿੰਡ, ਦੋਦਾ ਪਿੰਡ, ਸਰਾਏ ਨਾਗਾ ਪਿੰਡ, ਭਾਗਸਰ ਪਿੰਡ, ਝੀਂਡਵਾਲਾ, ਬਾਮਾ, ਉੜਾਂਗ ਅਤੇ ਹੋਰ ਕਈ ਪਿੰਡ। ਸ੍ਰੀ ਮੁਕਤਸਰ ਸਾਹਿਬ ਦੇ ਨੇੜੇ ਲੱਗਦੇ ਇੱਕ ਪਿੰਡ ਵਿੱਚੋਂ ਇੱਕ ਵੀਰ ਗੁਰਤੇਜ ਸਿੰਘ ਦਾ ਫੋਨ ਆਇਆ। ਉਹ ਕਹਿੰਦੇ, ਬਾਈ ਜੀ, ਅਸੀਂ ਅਰਦਾਸ ਕਰਾਉਣੀ। ਐਕਚੁਅਲੀ ਜਦੋਂ ਕੋਈ ਮੈਨੂੰ ਬਾਈ ਜੀ ਕਹਿੰਦਾ ਨਾ, ਮੈਨੂੰ ਬਹੁਤ ਚੰਗਾ ਲੱਗਦਾ, ਕਿਉਂਕਿ ਨਿੱਕੇ ਹੁੰਦੇ ਮੈਨੂੰ ਸਾਰੇ ਬਾਈ ਜੀ ਕਹਿੰਦੇ ਸੀ। ਬਹੁਤ ਮਿੱਠੀ ਭਾਸ਼ਾ ਹੈ ਬਾਈ ਜੀ ਵਾਲੀ। ਸੋ ਕਹਿੰਦੇ, ਬਾਈ ਜੀ, ਅਸੀਂ ਅਰਦਾਸ ਕਰਾਉਣੀ ਆ। ਪਿਛਲੇ 10 ਸਾਲਾਂ ਤੋਂ ਕਰਜ਼ੇ ਨਾਲ ਜਮਾਂ ਹੀ ਪੀਸੇ ਪਏ ਆ। ਖੇਤੀਬਾੜੀ ਚੰਗੀ ਹੈ, ਪਰ ਫਿਰ ਵੀ ਕੁਝ ਹੱਥ ਨਹੀਂ ਆਉਂਦਾ। ਬਾਈ ਜੀ, 10 ਕੁ ਸਾਲ ਪਹਿਲਾਂ ਅਸੀਂ ਵੀ ਲੋਕਾਂ ਦੀ ਵੇਖਾ ਵੇਖੀ ਪਿੰਡ ਤੋਂ ਬਾਹਰ ਨਵਾਂ ਘਰ ਪਾ ਲਿਆ ਸੀ। ਚੰਗੇ ਭਲੇ ਪਿੰਡ ਦੇ ਵਿਚਾਲੇ ਬੈਠੇ ਸੀ। ਬਹੁਤ ਸੋਹਣਾ ਅਤੇ ਪੁਰਾਣਾ ਘਰ ਸੀ। ਮੇਰੇ ਦਾਦਾ ਜੀ ਨੇ ਬਣਾਇਆ ਸੀ ਉਹ ਘਰ। ਮੇਰੇ ਦਾਦਾ ਜੀ ਚਲਦੇ ਪੁਰਜੇ ਸਨ ਤੇ ਉਹਨਾਂ ਦਾ ਇਲਾਕੇ ਵਿੱਚ ਚੰਗਾ ਮਾਣ ਤਾਣ ਵੀ ਸੀ ਅਤੇ ਉਹ ਹਮੇਸ਼ਾ ਘੋੜੀ ਉੱਤੇ ਚੜ ਕੇ ਇੱਧਰ ਉੱਧਰ ਜਾਂਦੇ ਹੁੰਦੇ ਸੀ। 1.5 ਇੱਟ ਚੌੜੀਆਂ ਘਰ ਦੀਆਂ ਕੰਧਾਂ ਹਨ ਪੁਰਾਣੇ ਸਮੇਂ ਦੀਆਂ, ਅਤੇ ਘਰ ਵੀ ਖੁੱਲਾ ਸੀ। ਹੁਣ ਬਾਹਰ ਖੇਤਾਂ ਵਿੱਚ ਆ ਕੇ ਬੈਠੇ ਹਾਂ। ਪਹਿਲਾਂ ਕਰਜ਼ਾ ਚੁੱਕ ਕੇ ਘਰ ਉੱਤੇ ਪੈਸਾ ਲਾਇਆ, ਜਾਨੀ ਘਰ ਬਣਾਇਆ ਕਰਜ਼ਾ ਚੁੱਕ ਕੇ, ਅਤੇ ਹੁਣ ਉੱਤੋਂ ਖਰਚੇ ਸਾਹ ਨਹੀਂ ਲੈਣ ਦਿੰਦੇ। ਬਹੁਤ ਕੋਸ਼ਿਸ਼ ਕਰਦੇ ਹਾਂ ਘੱਟ ਖਰਚ ਕਰਨ ਦੀ, ਪਰ ਫਿਰ ਵੀ ਸਿਰ ਉਤਲਾ ਕਰਜ਼ਾ ਸਾਨੂੰ ਦੱਬੀ ਬੈਠਾ ਹੈ। ਦਾਸ ਨੇ ਕਿਹਾ, ਬਾਈ ਜੀ, ਤੁਸੀਂ ਪਿੰਡ ਅੰਦਰਲਾ ਘਰ ਵੇਚ ਦਿੱਤਾ? ਉਹ ਕਹਿੰਦੇ, ਨਹੀਂ ਬਾਈ ਜੀ, ਹੁਣ ਵੇਚਣ ਦੀ ਸਲਾਹ ਕਰਦੇ ਆ ਕਿ ਸ਼ਾਇਦ 4 ਪੈਸਿਆਂ ਨਾਲ ਕੰਮ ਜਿਹਾ ਸੈੱਟ ਹੋ ਜਾਵੇ, ਪਰ ਕੋਈ ਗਾਹਕ ਹੀ ਨਹੀਂ ਲੱਗਦਾ। ਮੈਂ ਕਿਹਾ, ਬਾਈ ਜੀ, ਤੁਹਾਡਾ ਘਰ ਵਿਕ ਜਾਣਾ ਹੈ, ਪਰ ਪੁਰਾਣਾ ਘਰ ਵਿਕਣ ਤੋਂ ਤੁਹਾਡਾ ਮਤਲਬ ਕੀ ਹੈ? ਇਸ ਦਾ ਮਤਲਬ ਕਿ ਤੁਸੀਂ ਪੁਰਾਣਾ ਘਰ ਹਾਲੇ ਢਾਇਆ ਨਹੀਂ? ਉਹ ਕਹਿੰਦੇ, ਨਹੀਂ ਬਾਈ ਜੀ, ਢਾਇਆ ਨਹੀਂ, ਉਵੇਂ ਹੀ ਖੜਾ, ਅਸੀਂ ਉਵੇਂ ਹੀ ਵੇਚਣਾ ਹੈ। ਮੈਂ ਕਿਹਾ, ਨਹੀਂ ਬਾਈ ਜੀ, ਤੁਸੀਂ ਪਹਿਲਾਂ ਉਸ ਘਰ ਨੂੰ ਢਾਹ ਕੇ ਉਸ ਦਾ ਸਾਰਾ ਮਟੀਰੀਅਲ ਆਪਣੇ ਘਰ ਵਿੱਚ ਲਿਆ ਕੇ ਰੱਖੋ। ਸ਼ਾਇਦ ਇਸ ਤਰੀਕੇ ਨਾਲ ਤੁਹਾਨੂੰ ਤੁਹਾਡੇ ਬਜ਼ੁਰਗਾਂ ਦਾ ਆਸ਼ੀਰਵਾਦ ਮਿਲ ਜਾਏ, ਯਾਨੀ ਤੁਹਾਡੇ ਬਜ਼ੁਰਗਾਂ ਦਾ ਆਸ਼ੀਰਵਾਦ ਤੁਹਾਡੇ ਘਰ ਆ ਜਾਵੇ, ਜਿਹੜਾ ਤੁਸੀਂ ਪਿੱਛੇ ਛੱਡ ਆਏ ਹੋ। ਆਪ ਕੋਠੀ ਵਿੱਚ ਆ ਕੇ ਬੈਠ ਗਏ ਹੋ। ਫੇਰ ਭਾਵੇਂ ਤੁਸੀਂ ਉਸ ਮਕਾਨ ਨੂੰ, ਉਸ ਜੋ ਸਮਾਨ ਸੀ ਮਕਾਨ ਵਿੱਚੋਂ ਪੁੱਟ ਕੇ ਲਿਆਓਗੇ, ਉਸ ਸਮਾਨ ਨੂੰ ਤੁਸੀਂ ਭਾਵੇਂ ਘਰੇ ਵਰਤ ਲਿਓ ਤੇ ਭਾਵੇਂ ਇੱਕ ਇੱਕ ਕਰਕੇ ਵੇਚ ਦਿਓ, ਨਾਲੇ ਫਿਰ ਤੁਹਾਡਾ ਉਹ ਥਾਂ ਵੀ ਵਿਕ ਜਾਊਗਾ। ਪਰ ਇਸ ਤੋਂ ਪਹਿਲਾਂ ਤੁਸੀਂ ਅਰਦਾਸ ਕਰਾਉਣ ਵਾਸਤੇ ਆਪਣੀ ਡਿਟੇਲ ਲਿਖ ਕੇ ਮੈਨੂੰ ਭੇਜ ਦਿਓ, ਅਤੇ ਫਿਰ ਗੁਰਬਾਣੀ ਦੇ ਮਿਲੇ ਹੋਏ ਸ਼ਬਦ ਦਾ ਜਾਪ ਕਰਨਾ, ਬਾਅਦ ਵਿੱਚ ਪੁਰਾਣਾ ਘਰ ਢਾਉਣਾ ਸ਼ੁਰੂ ਕਰਨਾ। ਜਾਪ ਕਰਨ ਵਾਸਤੇ ਦਾਸ ਵੱਲੋਂ ਉਹਨਾਂ ਨੂੰ ਵੀ ਉਹ ਹੀ ਸ਼ਬਦ ਦਿੱਤਾ ਗਿਆ। ਆਫਟਰ ਅਰਦਾਸ, ਜੈਤ ਸ੍ਰੀ ਮਹੱਲਾ ਚੌਥਾ, ਘਰ ਪਹਿਲਾ, ਚੌਪਦੇ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਮੇਰੇ ਹੀ ਹਰੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰੋ ਮੇਰੇ ਮਾਥਾ, ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ, ਗੁਰੂ ਨਾਮ ਦਿਓ ਰਿਣ ਲਾਥਾ। ਇਹ ਸ਼ਬਦ ਦੀਆਂ 2 ਹੀ ਪੰਗਤੀਆਂ ਤੁਹਾਨੂੰ ਸੁਣਾਉਣਾ ਮੈਂ। ਸ਼ਬਦ ਪੂਰਾ ਹੀ ਦਿੱਤਾ ਸੀ ਪੜ੍ਹਨ ਵਾਸਤੇ, ਅਤੇ ਰਾਤ ਨੂੰ ਕਰਨ ਵਾਸਤੇ ਉਹੀ ਅਸਤੋਤਰ ਦਿੱਤਾ ਸੀਗਾ।
ਗੁਰੂ ਨਾਨਕ ਤੇਰੀ ਵੱਡੀ ਕਮਾਈ, ਗੁਰੂ ਨਾਨਕ ਜੀ ਦੀ ਦੁਹਾਈ, ਗੁਰੂ ਨਾਨਕ ਜੀ ਰੱਖਿਆ ਕਰੇ, ਗੁਰੂ ਨਾਨਕ ਜੀ ਊਣੇ ਭਰੇ। ਖੈਰ, ਸਤਿਗੁਰੂ ਨਾਨਕ ਜੀ ਦੀ ਆਗਿਆ ਨਾਲ ਉਹਨਾਂ ਨੇ ਜਪ ਸ਼ੁਰੂ ਕਰ ਦਿੱਤਾ। ਸੰਗਤ ਜੀ, ਫਿਰ 2 ਕੁ ਮਹੀਨੇ ਬਾਅਦ ਉਹਨਾਂ ਦਾ ਫੋਨ ਆਇਆ। ਉਹਨਾਂ ਦੀ ਆਵਾਜ਼ ਵਿੱਚ ਬਹੁਤ ਖੁਸ਼ੀ ਸੀ। ਉਸ ਬਾਈ ਜੀ ਕੋਲੋਂ ਖੁਸ਼ੀ ਨਾਲ ਬੋਲਿਆ ਹੀ ਨਹੀਂ ਜਾ ਰਿਹਾ ਸੀ। ਮੇਰੇ ਵਾਰ-ਵਾਰ ਪੁੱਛਣ ਉੱਤੇ ਉਹਨਾਂ ਨੇ ਦੱਸਿਆ ਕਿ ਬਾਈ ਜੀ, ਬਾਬੇ ਨਾਨਕ ਦੀ ਮਿਹਰ ਹੋ ਗਈ ਹੈ। ਅਸੀਂ ਆਪਣਾ ਅੰਦਰਲਾ ਪੁਰਾਣਾ ਘਰ ਢਾਹ ਰਹੇ ਸੀ ਤਾਂ ਸਾਡੀ ਸਵਾਤ ਵਾਲੀ ਕੰਧ ਵਿੱਚੋਂ ਇੱਕ ਘੜਾ ਨਿਕਲਿਆ। ਉਸ ਵਿੱਚ ਸੋਨੇ ਦੇ ਬਹੁਤ ਸਾਰੇ ਗਹਿਣੇ ਆ ਅਤੇ ਉਸ ਘੜੇ ਵਿੱਚੋਂ ਪੁਰਾਣੇ ਜ਼ਮਾਨੇ ਦੇ 1000 ਦੇ ਨੀਲੇ ਰੰਗ ਵਾਲੇ ਨੋਟ ਵੀ ਨਿਕਲੇ ਆ। ਬਾਈ ਜੀ, ਸਾਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਤੁਹਾਡਾ ਤੇ ਬਾਬਾ ਨਾਨਕ ਜੀ ਦਾ ਕਿਵੇਂ ਧੰਨਵਾਦ ਕਰੀਏ। ਬਾਬੇ ਨਾਨਕ ਜੀ ਨੇ ਸਾਡੀ ਕੰਗਾਲੀ ਕੱਟ ਦਿੱਤੀ ਹੈ। ਬਾਈ ਜੀ, ਤੁਸੀਂ ਮੈਨੂੰ ਆਪਣਾ ਐਡਰੈਸ ਭੇਜੋ, ਮੈਂ ਹੁਣੇ ਹੀ ਸਾਰਾ ਸਮਾਨ ਲੈ ਕੇ ਤੁਹਾਡੇ ਕੋਲ ਆਉਂਦਾ। ਤੁਸੀਂ ਇਸ ਵਿੱਚ ਜੋ ਮਰਜ਼ੀ ਰੱਖ ਲਵੋ ਅਤੇ ਇਸ ਖਜ਼ਾਨੇ ਉੱਤੇ ਆਪਣੀ ਨਜ਼ਰ ਵੀ ਪਾ ਦਿਓ। ਮੈਂ ਕਿਹਾ, ਬਾਈ ਜੀ, ਤੁਸੀਂ ਕਾਹਲੀ ਨਾ ਕਰੋ, ਕਾਹਲੇ ਨਾ ਪਾਓ, ਮੈਨੂੰ ਇਸ ਵਿੱਚੋਂ ਕੁਝ ਵੀ ਨਹੀਂ ਚਾਹੀਦਾ। ਬਾਕੀ ਤੁਹਾਡੇ ਇਸ ਖਜ਼ਾਨੇ ਉੱਤੇ ਬਾਬੇ ਨਾਨਕ ਜੀ ਦੀ ਨਜ਼ਰ ਪਹਿਲਾਂ ਹੀ ਪੈ ਚੁੱਕੀ ਹੈ। ਆਲਰੇਡੀ ਪਹਿਲਾਂ ਹੀ ਸਤਿਗੁਰੂ ਨਾਨਕ ਜੀ ਇਹ ਸਾਰਾ ਕੁਝ ਵੇਖ ਚੁੱਕੇ ਹਨ। ਇਹ ਤਾਂ ਤੁਹਾਡੇ ਬਜ਼ੁਰਗਾਂ ਦਾ ਆਸ਼ੀਰਵਾਦ ਹੈ ਜੋ ਤੁਹਾਨੂੰ ਹੀ ਸੁਹਾਂਡਣਾ ਰਵੇ। ਮੇਰਾ ਇਹਦੇ ਵਿੱਚ ਲੱਲਾ ਕੱਖਾ ਨਹੀਂ ਹੈ। ਸੰਗਤ ਜੀ, ਇਸ ਤਰ੍ਹਾਂ ਗੁਰਬਾਣੀ ਦੇ ਇਸ ਸ਼ਬਦ ਨੇ ਇਸ ਪਰਿਵਾਰ ਦੀ ਕੰਗਾਲੀ ਵੀ ਦੂਰ ਕਰ ਦਿੱਤੀ ਅਤੇ ਉਹ ਕਰਜ਼ੇ ਤੋਂ ਮੁਕਤ ਵੀ ਹੋ ਗਏ। ਸੋ ਸੰਗਤ ਜੀ, ਹੁਣ ਆਪਾਂ ਤੀਜੇ ਬੰਦੇ ਦੀ ਗੱਲ ਕਰਦੇ ਹਾਂ। ਸੰਗਤ ਜੀ, ਇੱਕ ਦਿਨ ਅਮਰੀਕਾ ਤੋਂ ਬਲਜਿੰਦਰ ਸਿੰਘ ਦਾ ਫੋਨ ਆਇਆ। ਉਸਨੇ ਦੱਸਿਆ ਕਿ ਭਾਜੀ, ਮੈਂ ਟਰਾਂਸਪੋਰਟ ਦਾ ਕੰਮ ਕਰਦਾ, ਮੈਨੂੰ 15 ਸਾਲ ਹੋ ਗਏ ਅਮਰੀਕਾ ਆਏ ਨੂੰ, ਪਰ 5 ਕੁ ਸਾਲ ਪਹਿਲਾਂ ਮੇਰਾ ਕੰਮ ਬਹੁਤ ਚੰਗਾ ਸੀ, ਪਰ ਹੁਣ ਜਦੋਂ ਦਾ ਮੈਂ ਇੰਡੀਆ ਤੋਂ ਆਇਆ ਹਾਂ ਉਦੋਂ ਦਾ ਮੇਰਾ ਕੰਮ ਥੱਲੇ ਹੀ ਥੱਲੇ ਜਾਈ ਜਾਂਦਾ। ਟਰਾਂਸਪੋਰਟ ਦਾ ਕੰਮ ਵੀ ਬਸ ਬੰਦ ਹੋਇਆਂ ਵਰਗਾ ਹੀ ਹੈ ਅਤੇ ਕਰਜ਼ੇ ਨੇ ਇੰਨਾ ਦੱਬ ਲਿਆ ਸਾਨੂੰ ਕਿ ਹੁਣ ਘਰ ਵੀ ਅਸੀਂ ਵਿਕਣਾ ਲਾਇਆ ਹੋਇਆ। ਜੇ ਘਰ ਵੀ ਵਿਕ ਗਿਆ ਤਾਂ ਕਰਜ਼ਾ ਫਿਰ ਵੀ ਨਹੀਂ ਲੱਥਣਾ, ਪਰ ਅਸੀਂ ਘਰੋਂ ਬੇਘਰ ਹੋ ਜਾਣਾ। ਮੈਂ ਪੁੱਛਿਆ, ਜਦੋਂ ਤੁਸੀਂ ਇੰਡੀਆ ਗਏ ਸੀ ਤਾਂ ਉੱਥੇ ਕੀ ਕਰਕੇ ਆਏ ਸੀ? ਉਸਨੇ ਕਿਹਾ, ਭਾਜੀ, ਕੀਤਾ ਤਾਂ ਕੁਝ ਨਹੀਂ, ਪਰ ਅਸੀਂ ਆਪਣੇ ਇੱਥੋਂ ਅਮਰੀਕਾ ਵਾਲੇ ਕਾਰੋਬਾਰ ਨੂੰ ਵੱਡਾ ਕਰਨ ਵਾਸਤੇ ਇੰਡੀਆ ਵਾਲੀ ਪ੍ਰਾਪਰਟੀ ਵੇਚਣਾ ਚਾਹੁੰਦੇ ਸੀ, ਪਰ ਮੇਰਾ ਇੰਡੀਆ ਵਾਲਾ ਪਰਿਵਾਰ ਉਹ ਵੇਚਣ ਵਾਸਤੇ ਰਾਜੀ ਨਹੀਂ ਹੋਇਆ। ਉਲਟਾ ਉਹ ਨਾਰਾਜ਼ ਹੋ ਗਏ ਸਾਡੇ ਨਾਲ ਅਤੇ ਸਾਡੇ ਨਾਲ ਲੜਾਈ ਵੀ ਕੀਤੀ ਉਹਨਾਂ ਨੇ। ਉੱਥੇ ਅਸੀਂ ਦੋਵੇਂ ਜੀ ਇੱਕ ਵਾਰ ਬਿਮਾਰ ਵੀ ਹੋਏ ਸੀ। ਮੈਂ ਕਿਹਾ, ਚਲੋ ਕੋਈ ਨਹੀਂ ਭਾਜੀ, ਹਵਾ ਪਾਣੀ ਬਦਲਣ ਨਾਲ ਬੰਦਾ ਬਿਮਾਰ ਹੋ ਹੀ ਜਾਂਦਾ। ਜਦੋਂ ਇੱਕ ਕੰਟਰੀ ਤੋਂ ਦੂਸਰੀ ਕੰਟਰੀ 'ਚ ਜਾਂਦੇ ਹਾਂ ਆਪਾਂ ਤਾਂ ਥੋੜਾ ਜਿਹਾ ਹਵਾ ਪਾਣੀ ਚੇਂਜ ਹੋ ਜਾਂਦਾ। ਕੰਟਰੀ ਤਾਂ ਕੀ, ਤੁਸੀਂ ਪੰਜਾਬ 'ਚ ਹੋਰ ਸਟੇਟ ਦੇ ਵਿੱਚ ਵੀ ਜਾਓਗੇ ਤਾਂ ਵੀ ਹਵਾ ਪਾਣੀ ਬਦਲ ਜਾਂਦਾ। ਕੋਈ ਗੱਲ ਨਹੀਂ ਹੈ। ਤੁਸੀਂ ਸ਼ਨੀਵਾਰ ਨੂੰ ਆਪਣੀ ਡਿਟੇਲ WhatsApp ਕਰ ਦੇਣੀ, ਫਿਰ ਅਰਦਾਸ ਤੋਂ ਬਾਅਦ ਉਸ ਸ਼ਬਦ ਦਾ ਜਾਪ ਪਾਠ ਕਰਦੇ ਰਹਿਣਾ। ਫਿਰ ਅਰਦਾਸ ਤੋਂ ਬਾਅਦ ਉਹਨਾਂ ਨੂੰ ਉਹ ਹੀ ਸ਼ਬਦ ਮਿਲਿਆ ਜਿਹੜਾ ਪਹਿਲੇ 2 ਗੁਰਮੁਖ ਪਿਆਰਿਆਂ ਨੂੰ ਮਿਲਿਆ ਸੀ, ਜੈ ਸ੍ਰੀ ਮਹੱਲਾ ਚੌਥਾ, ਘਰ ਪਹਿਲਾ, ਚੌਪ ਦੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਨਹੀਂ ਕਹਿਣਾ ਹੁੰਦਾ, ਇੱਕ ਓੰਕਾਰ। ਸਾਰੇ ਹੀ ਕਹਿੰਦੇ ਇੱਕ ਓੰਕਾਰ। ਕਈ ਤਾਂ ਵੀਰ ਇਹੋ ਜਿਹੇ ਦੇਖੇ ਆ, ਮੈਂ ਸੁਣੇ ਆ, ਉਹ ਕਹਿਣਗੇ ਏਕਮਕਾਰ ਸਤਿਗੁਰ ਪ੍ਰਸਾਦ, ਜਾਂ ਅਸੀਂ ਕਹਿੰਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਏਦਾਂ ਬੋਲੀਦਾ ਹੁੰਦਾ ਸ਼ੁੱਧ ਉਚਾਰਨ। ਇੱਕ ਓੰਕਾਰ, ਇੱਕ ਓੰਕਾਰ, ਓੰਕਾਰ।
ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੇਰਾ ਹੀਰ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ, ਗੁਰ ਨਾਮ ਦਿਓ ਰਿਣ ਲਾਥਾ। ਅਤੇ ਰਾਤ ਨੂੰ ਪਾਠ ਕਰਨ ਵਾਸਤੇ ਉਹਨਾਂ ਨੂੰ ਉਹ ਹੀ ਅਸਤੋਤਰ ਮਿਲਿਆ ਸੀ। ਗੁਰੂ ਨਾਨਕ ਤੇਰੀ ਵੱਡੀ ਕਮਾਈ, ਗੁਰੂ ਨਾਨਕ ਜੀ ਦੀ ਦੁਹਾਈ। ਗੁਰੂ ਨਾਨਕ ਜੀ ਰੱਖਿਆ ਕਰੇ, ਗੁਰੂ ਨਾਨਕ ਜੀ ਊਣੇ ਭਰੇ। ਇਸ ਸ਼ਬਦ ਦਾ ਪਾਠ ਉਦੋਂ ਤੱਕ ਕਰਦੇ ਰਹਿਣਾ। ਦਾਸ ਨੇ ਉਹਨਾਂ ਨੂੰ ਇਹ ਵਰਜਿਤ ਕੀਤਾ ਕਿ ਇਸ ਸ਼ਬਦ ਦਾ ਪਾਠ ਉਦੋਂ ਤੱਕ ਕਰਦੇ ਰਹਿਣਾ ਜਦੋਂ ਤੱਕ ਤੁਹਾਡਾ ਕਾਰਜ ਨਹੀਂ ਹੋ ਜਾਂਦਾ। ਪਾਠ ਕਰਦਿਆਂ ਹੋਇਆਂ ਕਈ ਉਤਰਾ ਚੜਾ ਆਉਣਗੇ, ਪਰ ਤੁਸੀਂ ਡੋਲਣਾ ਨਹੀਂ। ਉਹ ਕਹਿੰਦੇ ਠੀਕ ਆ ਭਾਜੀ। ਫੇਰ ਉਹ ਸ਼ਬਦ ਦੀ ਕਮਾਈ ਵਿੱਚ ਜੁਟ ਗਏ। ਤਕਰੀਬਨ 6 ਮਹੀਨਿਆਂ ਬਾਅਦ ਉਹਨਾਂ ਦਾ ਫੋਨ ਆਇਆ ਕਿ ਭਾਜੀ ਤੁਹਾਡੇ ਵਾਸਤੇ ਖੁਸ਼ਖਬਰੀ ਹੈ ਕਿ ਗੁਰੂ ਨਾਨਕ ਸਤਿਗੁਰੂ ਨਾਨਕ ਦੇਵ ਜੀ ਨੇ ਸਾਡੀ ਬਾਂਹ ਫੜ ਲਈ ਹੈ। ਸਾਡਾ ਘਰ ਵਿਕਣੋਂ ਬਚ ਗਿਆ ਅਤੇ ਹੁਣ ਸਾਡਾ ਟਰਾਂਸਪੋਰਟ ਦਾ ਕੰਮ ਵੀ ਬਹੁਤ ਵਧੀਆ ਚੱਲ ਰਿਹਾ। ਹੁਣ ਤਾਂ ਅਸੀਂ ਕਰਜ਼ੇ ਦੀ ਕਿਸ਼ਤ ਨਾਲੋਂ ਜ਼ਿਆਦਾ ਪੈਸੇ ਵਾਪਸ ਕਰ ਦਿੰਦੇ ਹਾਂ ਅਤੇ ਹੁਣ ਖਾਣ ਪੀਣ ਵੱਲੋਂ ਵੀ ਸਾਡਾ ਹੱਥ ਖੁੱਲ੍ਹਾ ਚੱਲਦਾ ਹੈ। ਵੀਰ ਜੀ ਤੁਹਾਡਾ ਤੇ ਗੁਰੂ ਨਾਨਕ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ। ਮੈਂ ਕਿਹਾ ਛੋਟੇ ਵੀਰ, ਸ਼ੁਕਰਾਨਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕਰਨਾ ਹੈ, ਜੋ ਦੁਖੀਆਂ ਦਾ ਯਾਰ ਹੈ ਅਤੇ ਸ਼ਰਨ ਪਿਆਂ ਦੀ ਲਾਜ ਰੱਖਦਾ ਹੈ। ਸੋ ਸੰਗਤ ਜੀ, ਇਸ ਤਰ੍ਹਾਂ ਗੁਰਬਾਣੀ ਦੇ ਇਸ ਸ਼ਬਦ ਨੇ ਕਈ ਘਰਾਂ ਵਿੱਚ ਆਪਣੀ ਕਲਾ ਵਰਤਾਈ ਹੈ। ਕਾਰਜ ਤਾਂ ਬਹੁਤ ਸਾਰੇ ਪਿਆਰਿਆਂ ਦੇ ਰਾਸ ਹੋਏ ਹਨ, ਪਰ ਆਪਾਂ ਗਾਥਾਵਾਂ 2-3 ਜਣਿਆਂ ਦੀਆਂ ਹੀ ਪਾਈਆਂ ਹਨ। ਜਿਹੜੇ ਵੀਰ ਭੈਣ ਆਪਣੇ ਕਾਰਜਾਂ ਦੀ ਪੂਰਤੀ ਵਾਸਤੇ ਜਾਂ ਆਪਣੇ ਕਰਜ਼ੇ ਦੀ ਪੂਰਤੀ ਵਾਸਤੇ ਹਾਲੇ ਤੱਕ ਗੁਰਬਾਣੀ ਦੇ ਜਾਪ ਪਾਠ ਕਰ ਰਹੇ ਹਨ, ਮੇਰੀ ਇੱਛਾ ਹੈ ਕਿ ਵਾਹਿਗੁਰੂ ਜੀ ਉਹਨਾਂ ਦੀਆਂ ਇੱਛਾਵਾਂ ਜਲਦੀ ਹੀ ਪੂਰੀਆਂ ਕਰਨ। ਜਿਨ੍ਹਾਂ ਦੇ ਕਾਰਜ ਹਾਲੀ ਅਧੂਰੇ ਪਏ ਹਨ, ਮੇਰੀ ਦਿਲੀ ਇੱਛਾ ਹੈ ਕਿ ਸਤਿਗੁਰੂ ਨਾਨਕ ਦੇਵ ਜੀ ਉਹਨਾਂ ਦੇ ਕਾਰਜ ਜਲਦੀ ਹੀ ਪੂਰੇ ਕਰ ਦੇਣ। ਸੰਗਤ ਜੀ, ਤੁਸੀਂ ਇਹ ਨਾ ਸਮਝੋ ਹੁਣ ਇਹ ਵੀਡੀਓ ਸੁਣ ਕੇ ਕਿ ਬਸ ਵੀਰ ਜੀ ਕੋਲੋਂ ਸ਼ਬਦ ਜਾਪ ਲੈ ਲਈਏ ਤੇ ਕਰਨਾ ਹੈ। ਇਕੱਲਾ ਕਰਨਾ ਨਹੀਂ ਹੁੰਦਾ, ਆਪਣੇ ਆਪ ਨੂੰ ਚੇਂਜ ਵੀ ਕਰਨਾ। ਤੁਸੀਂ ਫਿਰ ਬਾਅਦ ਚ ਮੇਰੇ ਦੁਆਲੇ ਨਾ ਹੋਏ ਰਿਓ ਵੀ ਹਲੇ ਹੋਇਆ ਨਹੀਂ ਕੁਛ ਜੀ, ਹੋਇਆ ਨਹੀਂ ਕੁਛ ਜੀ, ਹੈ ਨਾ। ਤੁਹਾਡਾ ਵੀ ਚੇਂਜ ਇਕੱਲੇ ਸ਼ਬਦ ਨੇ ਕੁਛ ਨਹੀਂ ਕਰਨਾ, ਤੁਹਾਡੇ ਵਿੱਚ ਚੇਂਜਿੰਗ ਆਉਣੀ ਵੀ ਜ਼ਰੂਰੀ ਹੈ। ਸੁਭਾਅ ਦੇ ਵਿੱਚ, ਖਾਣ ਪੀਣ ਦੇ ਵਿੱਚ, ਲੈਣ ਦੇਣ ਦੇ ਵਿੱਚ, ਬੋਲਣ ਦੇ ਵਿੱਚ, ਮਨ ਵਾਚ ਕਰਮ, ਇਹ 3 ਕਰਮਾਂ ਕਰਕੇ ਤੁਸੀਂ ਇਸ ਸ਼ਬਦ ਨੂੰ ਜਾਪ ਕਰੋਗੇ, ਸ਼ਬਦ ਦਾ ਜਾਪ ਕਰੋਗੇ ਤਾਂ ਪੂਰੀ ਤੁਹਾਡੀ ਆਰਾਧਨਾ ਹੋਵੇਗੀ। ਜੇ ਬੋਲਣ ਵਿੱਚ ਹੀ ਪੁੱਠਾ ਸਿੱਧਾ ਬੋਲਦੇ ਰਹੋਗੇ, ਸੋਚਣ ਵਿੱਚ ਪੁੱਠਾ ਸਿੱਧਾ ਸੋਚਦੇ ਰਹੋਗੇ ਦੂਸਰਿਆਂ ਬਾਰੇ, ਜਾਂ ਤੁਸੀਂ ਨੇਤਾ ਪ੍ਰਤੀ ਦੀ ਲਾਈਫ ਦੇ ਵਿੱਚ ਆਪਣੀਆਂ ਕਿੱਤਾਂ, ਆਪਣੀਆਂ ਆਦਤਾਂ ਨਹੀਂ ਚੇਂਜ ਕਰੋਗੇ ਤਾਂ ਕੁਛ ਵੀ ਨਹੀਂ ਹੋਣ ਵਾਲਾ। ਪਰ ਫਿਰ ਵੀ ਮੇਰੀ ਇੱਛਾ ਹੁੰਦੀ ਹੈ ਤੇ ਮੇਰੀ ਦਿਲੀ ਇੱਛਾ ਹੈ ਕਿ ਤੁਹਾਡੀਆਂ ਇੱਛਾਵਾਂ ਜਲਦੀ ਹੀ ਪੂਰੀਆਂ ਹੋਣ। ਜਿਨ੍ਹਾਂ ਦੇ ਕਾਰਜ ਹਾਲੀ ਪੂਰੇ ਅਧੂਰੇ ਪਏ ਹਨ, ਇਹਨਾਂ ਵਾਸਤੇ ਵੀ ਮੇਰੀ ਦਿਲੀ ਇੱਛਾ ਹੈ ਕਿ ਸਤਿਗੁਰੂ ਨਾਨਕ ਦੇਵ ਜੀ ਉਹਨਾਂ ਦੇ ਕਾਰਜ ਜਲਦੀ ਹੀ ਪੂਰੇ ਕਰ ਦੇਣ। ਇਹ ਮੇਰੀ ਹਰ ਰੋਜ਼ ਦੀ ਅਰਦਾਸ ਬੇਨਤੀ ਹੁੰਦੀ ਹੈ। ਇਹ ਨਾ ਸੋਚੋ ਕਿ ਤੁਹਾਡੇ ਵਾਸਤੇ ਕੁਛ ਨਹੀਂ ਹੋ ਰਿਹਾ। ਭਾਵੇਂ ਤੁਸੀਂ ਜਾਪ ਪਾਠ ਕਰ ਰਹੇ ਹੋ, ਫਿਰ ਵੀ ਸਤਿਗੁਰੂ ਨਾਨਕ ਦੇਵ ਜੀ ਅੱਗੇ ਰੋਜ਼ ਨਿਤਾ ਪ੍ਰਤੀ ਦੀ ਅਰਦਾਸ ਵਿੱਚ ਇਹ ਇੱਛਾ ਹੁੰਦੀ ਮੇਰੀ ਕਿ ਜਿਨ੍ਹਾਂ ਦੇ ਕਾਰਜ ਅਧੂਰੇ ਪਏ ਆ, ਸਤਿਗੁਰੂ ਜੀ ਤੁਸੀਂ ਉਹਨਾਂ ਦੇ ਕਾਰਜਾਂ ਦੀਆਂ ਪੂਰਤੀਆਂ ਕਰੋ। ਸੋ ਸਤਿਗੁਰੂ ਜੀ, ਇਸ ਤਰ੍ਹਾਂ ਆਪਾਂ ਇਸ ਵੀਡੀਓ ਨੂੰ ਹੁਣ ਆਪਾਂ ਸਮਾਪਤ ਕਰਦੇ ਹਾਂ ਤੇ ਤੁਸੀਂ ਆਪਣੇ ਆਪਣੇ ਜਾਪ ਪਾਠ ਦੇ ਵਿੱਚ ਲੱਗੇ ਰਹੋ, ਸ਼ਰਧਾ ਭਾਵਨਾ ਨਾਲ, ਵਿਸ਼ਵਾਸ ਨਾਲ, ਪੂਰੇ ਵਿਸ਼ਵਾਸ ਦੇ ਨਾਲ, ਪੂਰਾ ਬਲੀਫ ਰੱਖ ਕੇ। ਠੀਕ ਹੈ ਜੀ ਸੰਗਤ ਜੀ, ਮਿਲਦੇ ਹਾਂ ਫਿਰ ਅਗਲੀ ਵੀਡੀਓ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।